ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਾਂਗਰਸ ਦੇ ਵਿੱਚ ਹੋਣ ਵਾਲੇ ਵੱਡੇ ਬਦਲਾਵਾਂ ਦੇ ਬਾਰੇ ਕਿ ਬਦਲਾਅ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕੋਈ ਜਿਹੜੀ ਐਡਜਸਟਮੈਂਟ ਕੀਤੀ ਜਾਂਦੀ ਹੈ ਜਾਂ ਨਹੀਂ ਕੀਤੀ ਜਾਂਦੀ। ਜੇ ਕੀਤੀ ਜਾਂਦੀ ਹੈ ਤਾਂ ਕਿਹੜੀ ਐਡਜਸਟਮੈਂਟ ਦੇ ਨਾਲ ਸਿੱਧੂ ਨੂੰ ਟਿਕਾਇਆ ਜਾ ਸਕਦਾ ਹੈ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਜਿਸ ਤਰੀਕੇ ਨਾਲ ਮੋਹਾਲੀ ਦੇ ਵਿੱਚ ਜਿਹੜਾ ਉਹ ਅਟੈਕ ਹੋਇਆ ਸੀਗਾ ਇੰਟੈਲੀਜੈਂਸ ਦੇ ਦਫ਼ਤਰ ਦੇ ਉੱਪਰ, ਉਹਦੇ ਤਾਰ ਜਿਹੜੇ ਉਹ ਕਿਹਦੇ ਨਾਲ ਛਿੜਦੇ ਨੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਨਰਮ ਰੁਖ ਸਿੱਧੂ ਦਾ ਕਿਹਦੇ ਪ੍ਰਤੀ ਨਰਮ ਰੁਖ ਹੈ, ਉਸ ਤੇ ਗੱਲਬਾਤ ਕਰਾਂਗੇ। ਤੇ ਉਧਰ ਆਫਰ ਭਗਵੰਤ ਮਾਨ ਦੀ, ਇਸ ਤੇ ਗੱਲਬਾਤ ਕਰਾਂਗੇ। ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ ਜਿਹਦੇ ਤੇ ਅਸੀਂ ਜਿਹੜੀ ਆ ਗੱਲਬਾਤ ਕਰਨ ਜਾ ਰਹੇ ਹਾਂ। ਜਿਵੇਂ ਵਿੱਤ ਮੰਤਰੀ ਦੇ ਉੱਪਰ ਪਰਚਾ ਦਰਜ ਜਿਹੜਾ ਹੋ ਗਿਆ ਸੀਗਾ ਹਰਪਾਲ ਸਿੰਘ ਚੀਮਾ ਦੇ ਉੱਪਰ, ਤਾਂ 50,000 ਰੁਪਏ ਦੇ ਜਿਹੜੇ ਮੁਚੱਲਕ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਜ਼ਮਾਨਤ ਮਿਲੀ ਹੈ। ਮਾਮਲਾ ਕੀ ਸੀਗਾ? ਤਾਂ ਉਧਰ ਹੀ ਆਪਣੇ ਹੀ ਮੰਤਰੀ ਜਿਹੜੇ ਆ ਉਹ ਭਗਵੰਤ ਮਾਨ ਦੀ ਰਡਾਰ ਤੇ ਆ। ਕਿਉਂ ਰਡਾਰ ਤੇ ਆ? ਇਹਨਾਂ ਸਾਰੀਆਂ ਖਬਰਾਂ ਤੇ ਵਿਸਥਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ। ਸਰ ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਰ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਉਹ ਆਪਾਂ ਕਾਂਗਰਸ ਦੇ ਵਿੱਚ ਹੋਣ ਵਾਲੇ ਬਦਲਾਵਾਂ ਨੂੰ ਲੈ ਕੇ ਕਰਦੇ ਹਾਂ। ਚਿੰਤਨ ਸ਼ਿਵਰ ਚੱਲ ਰਿਹਾ ਹੈ। ਕਿਹਾ ਜਾ ਰਿਹਾ ਕਿ ਕਾਂਗਰਸ ਦੇ ਵਿੱਚ ਵੱਡੇ ਬਦਲਾਅ ਹੋਣ ਵਾਲੇ ਨੇ। ਕੀ ਚਿੰਤਨ ਸ਼ਿਵਰ ਤੋਂ ਬਾਅਦ ਬਦਲਾਅ ਹੋਣਗੇ? ਬਦਲਾਅ ਹੋਣਗੇ ਕਿਹੋ ਜਿਹੇ ਕਿ ਉਹਨਾਂ ਬਦਲਾਵਾਂ ਦੇ ਵਿੱਚੋਂ ਬਦਲਾਅ ਪੰਜਾਬ ਦੇ ਨਾਲ ਵੀ ਜੁੜੇ ਆ, ਭਾਵ ਕਿ ਸਿੱਧੂ ਦੇ ਨਾਲ ਵੀ ਜੁੜੇ ਆ। ਜਿਹੋ ਜਿਹੇ ਹਾਲਾਤ ਨੇ ਕਾਂਗਰਸ ਨੂੰ ਬੱਚੇ ਦੀ ਲੋੜ ਹੈ ਇਸ ਵਕਤ, ਤੇ ਨਵਜੋਤ ਸਿੰਘ ਸਿੱਧੂ ਦਾ ਬੜੇ ਵੱਡੇ ਜਿਹੜੇ ਲੀਡਰ ਨੇ ਕਾਂਗਰਸ ਐਡੀ ਆਸਾਨੀ ਦੇ ਨਾਲ ਛੱਡਣਾ ਨਹੀਂ ਚਾਹੂਗੀ। ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਸਨੂੰ ਐਡਜਸਟ ਕੀਤਾ ਜਾ ਸਕਦਾ, ਤੇ ਜੇ ਐਡਜਸਟ ਕੀਤਾ ਜਾਊਗਾ ਕਿ ਨਵਜੋਤ ਨੂੰ ਸੰਤੁਸ਼ਟੀ ਹੋਊਗੀ? ਬਦਲਾਵਾਂ ਨੂੰ ਕਿਵੇਂ ਦੇਖਦੇ? ਸੁਖਵਿੰਦਰ ਜੀ, ਅੱਜ ਉਸ ਚਿੰਤਨ ਕੈਂਪ ਦਾ ਦੂਸਰਾ ਦਿਨ ਹੈਗਾ। ਕੱਲ ਤੱਕ ਇਹ ਜਿਹੜਾ ਕੈਂਪ ਜਿਹੜਾ ਇਹ ਚੱਲਣਾ ਹੈਗਾ। ਤਾਂ ਹੁਣ ਜੇਕਰ ਕੱਲ ਦੀ ਅਸੀਂ ਗੱਲ ਕਰੀਏ ਤਾਂ ਕੱਲ ਜੋ ਫੈਸਲੇ ਲਏ ਗਏ ਨੇ ਉਹਨਾਂ ਦੇ ਵਿੱਚ ਨਵਜੋਤ ਸਿੱਧੂ ਦੇ ਸੰਬੰਧ ਵਿੱਚ ਕੋਈ ਵੀ ਅਜਿਹਾ ਫੈਸਲਾ ਨਜ਼ਰੀ ਨਹੀਂ ਆਇਆ ਜਿਹੜਾ ਅਸੀਂ ਕਹਿ ਸਕੀਏ ਕਿ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲੇ ਹੋਣਗੇ। ਇਹ ਕੱਲ ਦੇ ਦਿਨ ਵਿੱਚ ਜਿਹੜੇ ਫੈਸਲੇ ਲਏ ਗਏ ਨੇ ਉਹ ਸਮੁੱਚੀ ਕਾਂਗਰਸ ਦੇ ਸੰਗਠਨ ਦੇ ਸੰਬੰਧ ਦੇ ਵਿੱਚ ਜਿਹੜੇ ਉਹ ਫੈਸਲੇ ਲਏ ਗਏ ਨੇ। ਤਾਂ ਨਵਜੋਤ ਸਿੱਧੂ ਦੇ ਸੰਬੰਧ ਦੇ ਵਿੱਚ ਹੋ ਸਕਦਾ ਅੱਜ ਜਾਂ ਕੱਲ ਜਿਹੜੇ 2 ਦਿਨ ਸ਼ਿਵਰ ਅਜੇ ਹੁਣ ਚੱਲਣਾ, ਇਹਦੇ ਵਿੱਚ ਕੋਈ ਅਹਿਮ ਫੈਸਲੇ ਲਏ ਜਾਣ ਜਿਨ੍ਹਾਂ ਦਾ ਪਰਛਾਵਾਂ ਨਵਜੋਤ ਸਿੱਧੂ ਦੀ ਉਸ ਨਿਯੁਕਤੀ ਜਾਂ ਬਰਖਾਸਤਗੀ ਦੇ ਉੱਤੇ ਪੈਂਦਾ, ਉੱਤੇ ਜਿਸ ਤੋਂ ਅਸੀਂ ਅਨੁਮਾਨ ਇਹ ਲਾ ਸਕੀਏ ਕਿ ਹਾਂ ਭਈ ਨਵਜੋਤ ਸਿੱਧੂ ਨੂੰ ਕੁਝ ਅਜਿਹੇ ਜ਼ਿੰਮੇਵਾਰੀ ਦੇ ਕੇ ਸੰਗਠਨ ਦੇ ਵਿੱਚ ਉਸ ਨੂੰ ਡੱਕਿਆ ਜਾ ਸਕਦਾ। ਜਿਸ ਤਰੀਕੇ ਨਾਲ ਤੁਸੀਂ ਭੂਮਿਕਾ ਦੇ ਵਿੱਚ ਇੰਨੀ ਗੱਲ ਕਹਿ ਰਹੇ ਜੀ ਕਿ ਕਾਂਗਰਸ ਹਾਈਕਮਾਂਡ ਕਦੇ ਨਹੀਂ ਚਾਹੇ ਕਿ ਨਵਜੋਤ ਸਿੱਧੂ ਨੂੰ ਸਾਈਡਲਾਈਨ ਕੀਤਾ ਜਾਵੇ। ਪਰ ਸਥਿਤੀਆਂ ਇਹ ਨੇ ਕਿ ਨਵਜੋਤ ਸਿੱਧੂ ਹੁਣ ਪ੍ਰਧਾਨਗੀ ਪਦ ਤੋਂ ਘੱਟ ਕੋਈ ਵੀ ਚੀਜ਼ ਉਸਨੇ ਸਰਕਾਰ ਨਹੀਂ ਕਰਨੀ, ਤੇ ਨਾ ਹੀ ਉਹ ਕਰ ਸਕਦਾ ਤਾਂ ਨਾ ਹੀ ਉਸਨੂੰ ਕਰਨੀ ਚਾਹੀਦੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਬੰਧ ਦੇ ਵਿੱਚ। ਕੇਂਦਰ ਦੇ ਵਿੱਚ ਜਿਹੜੀ ਨੁਮਾਇੰਦਗੀ, ਕੇਂਦਰ ਦੀ ਹਾਈਕਮਾਂਡ ਦੇ ਵਿੱਚ ਨੁਮਾਇੰਦਗੀ ਆ, ਮੇਰਾ ਨਹੀਂ ਖਿਆਲ ਨਵਜੋਤ ਸਿੱਧੂ ਉਹਦੇ ਨਾਲ ਸਹਿਮਤ ਹੋਣ, ਕਿਉਂਕਿ ਸਮੁੱਚਾ ਧਿਆਨ ਜਿਹੜਾ ਉਹਨਾਂ ਦੀ ਪੰਜਾਬ ਦੀ ਸਿਆਸਤ ਵੱਲ ਲੱਗਾ ਹੈਗਾ। ਸੋ ਇਸ ਸੰਬੰਧ ਦੇ ਵਿੱਚ ਅਸੀਂ ਨਹੀਂ ਕਹਿ ਸਕਦੇ ਕਿ ਇਹਨਾਂ ਦਿਨਾਂ ਦੇ ਵਿੱਚ 2 ਦਿਨ ਕੱਲ ਬੀਤੇ ਦਿਨ ਜਾਂ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਨਵਜੋਤ ਸਿੱਧੂ ਨੂੰ ਕਿਹੜੀ ਭੂਮਿਕਾ ਦੇਣੀ ਹੈ ਜਾਂ ਕਿਹੋ ਜਿਹੀ ਗੱਲ ਕਰਨੀ ਆ, ਇਹਦੇ ਸੰਬੰਧੀ ਫੈਸਲਾ ਲੈਣ। ਪਰ ਹਾਂ ਕੱਲ ਦੇ ਦਿਨ ਦੇ ਵਿੱਚ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਬਦਲਾਵ ਦੀ ਗੱਲ ਕੀਤੀ ਆ, ਕੁਝ ਫੈਸਲੇ ਜਿਹੜੇ ਨੇ ਕੀਤੇ ਗਏ ਨੇ। ਸਭ ਤੋਂ ਵੱਡਾ ਜਿਹੜਾ ਫੈਸਲਾ ਇਹ ਕੀਤਾ ਗਿਆ ਕਿ 50 ਜਿਹੜੀ ਉਮਰ 50 ਸਾਲ ਤੱਕ ਹੋਏਗੀ ਜਿਸ ਵਿਅਕਤੀ ਦੀ ਸੰਗਠਨ ਦੇ ਵਿੱਚ, ਉਸ ਨੂੰ 50% ਸੰਗਠਨ ਦੇ ਵਿੱਚ 50 ਸਾਲ ਦੀ ਉਮਰ ਤੱਕ ਦੇ ਲੋਕਾਂ ਨੂੰ ਨੁਮਾਇੰਦਗੀ ਸੰਗਠਨ ਦੇ ਵਿੱਚ ਦਿੱਤੀ ਜਾਏਗੀ। ਇਹ ਬੜਾ ਮਹੱਤਵਪੂਰਨ ਜਿਹੜਾ ਫੈਸਲਾ ਹੈਗਾ। ਉਹਦੇ ਨਾਲ ਹੀ ਇੱਕ ਫੈਸਲਾ ਇਹ ਵੀ ਕੀਤਾ ਗਿਆ, ਇੱਕ ਪਰਿਵਾਰ ਇੱਕ ਟਿਕਟ। ਸੰਗਠਨ ਦੇ ਵਿੱਚ ਨੁਮਾਇੰਦਗੀ ਮੈਂ ਸਮਝਿਆ ਨਹੀਂ ਅਣਖੀ ਸਾਹਿਬ ਕਿ 50 ਸਾਲ ਤੋਂ ਬਾਅਦ ਜਿਹੜੀ ਹੈ ਉਹ ਉਮਰ ਵਾਲੇ ਲੋਕਾਂ ਨੂੰ ਨੁਮਾਇੰਦਗੀ ਖਤਮ ਕਰ ਦਿੱਤੀ ਜਾਊਗੀ ਜਾਂ 50 ਸਾਲ ਤੋਂ ਬਾਅਦ ਵਾਲੇ ਲੋਕਾਂ ਦੀ ਨੁਮਾਇੰਦਗੀ ਮਿਲੂਗੀ? ਨਹੀਂ, 50 ਸਾਲ ਦੀ ਉਮਰ ਤੱਕ ਹੀ ਨੁਮਾਇੰਦਗੀ ਜਿਹੜੀ ਮਿਲੇਗੀ, ਉਹ ਵੀ 50%। ਮਤਲਬ ਇਸ ਤਰੀਕੇ ਦਾ ਹਿਸਾਬ ਹੈਗਾ ਕਿ ਜਿਸ ਤਰ੍ਹਾਂ 50% ਉਹਨਾਂ ਨੇ 50% ਲੋਕ ਜਿਹੜੇ ਆ ਉਹ ਯੁਵਾ ਹੋਣਗੇ ਤੇ 50% ਲੋਕ ਜਿਹੜੇ ਆ ਉਹ 50 ਸਾਲ ਤੋਂ ਉੱਪਰ ਦੀ ਉਮਰ ਵਾਲੇ ਹੋਣਗੇ। ਜੀ ਜੀ ਬਿਲਕੁਲ ਬਿਲਕੁਲ, ਕਿਉਂਕਿ ਅੱਗੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਰਿਹਾ ਕਿ ਜਿਹੜੇ ਬਜ਼ੁਰਗ ਜਿਹੜੇ ਸੀ ਜ਼ਿਆਦਾ, ਜਿਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ 60, 70
ਉਹ ਸਾਰੇ ਦੇ ਸਾਰੇ ਹੀ ਇਹ ਪਾਰਟੀ ਦੇ ਸੰਗਠਨ ਦੇ ਉੱਤੇ ਕਾਬਜ਼ ਹੁੰਦੇ ਸਨ ਤੇ ਜਿਸ ਕਾਰਨ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਦੇ ਨੁਮਾਇੰਦਗੀ ਜਾਂ 50 ਸਾਲ ਦੀ ਘੱਟ ਵਾਲੇ ਬੰਦੇ ਦੀ ਵਾਰੀ ਨਹੀਂ ਸੀ ਹੁੰਦੀ। ਇਸ ਕਰਕੇ ਕਾਂਗਰਸ ਨੂੰ ਇੱਕ ਨਵੀਂ ਦਿੱਖ ਦੇਣ ਵਾਸਤੇ ਇਹ ਜਿਹੜਾ ਫੈਸਲਾ ਜਿਹੜਾ ਇਹ ਕੀਤਾ ਗਿਆ। ਦੂਜਾ ਜਿਹੜਾ ਫੈਸਲਾ ਕੀਤਾ ਗਿਆ ਉਹ ਇਹ ਫੈਸਲਾ ਕੀਤਾ ਗਿਆ ਕਿ ਇੱਕ ਪਰਿਵਾਰ ਇੱਕ ਟਿਕਟ, ਜਿਸ ਤਰ੍ਹਾਂ ਆਮ ਚੋਣਾਂ ਦੇ ਵਿੱਚ ਹੁੰਦਾ ਕਿ ਪਾਪਾ ਜੀ ਵੀ ਚੋਣ ਲੜਦੇ ਆ, ਮੁੰਡਾ ਵੀ ਚੋਣ ਲੜਦਾ, ਨੂੰਹ ਵੀ ਚੋਣ ਲੜਦੀ ਆ, ਪਰ ਹੁਣ ਅਜਿਹਾ ਕੰਮ ਕਾਂਗਰਸ ਦੇ ਵਿੱਚ ਨਹੀਂ ਹੋਏਗਾ। ਇਸ ਤਰੀਕੇ ਇੱਕ ਪਰਿਵਾਰ ਦੇ ਵਿੱਚੋਂ ਕੇਵਲ ਇੱਕ ਹੀ ਵਿਅਕਤੀ ਨੂੰ ਜਿਹੜੀ ਆ ਉਹ ਟਿਕਟ ਜਿਹੜੀ ਦਿੱਤੀ ਇਹਦਾ ਕਹਿਣ ਦਾ ਭਾਵ ਫਿਰ ਇਹ ਵੀ ਹੋ ਸਕਦਾ ਹੈ ਅਣਖੀ ਸਾਹਿਬ ਕਿ ਗਾਂਧੀ ਪਰਿਵਾਰ ਦੇ ਵਿੱਚੋਂ ਵੀ ਇੱਕੋ ਹੀ ਜਣਾ ਚੋਣ ਲੜੂਗਾ, ਕਿਉਂਕਿ ਗਾਂਧੀਆਂ ਦਾ ਤਾਂ 3 ਪਹਿਲਾਂ ਹੀ ਚੋਣ ਲੜਦੇ ਆ ਤੇ ਚੌਥਾ ਬੰਦਾ ਜਿਹੜਾ ਉਹਨਾਂ ਦਾ ਜਵਾਈ ਉਹ ਵੀ ਕਹਿੰਦੇ ਹੁਣ ਟਿਕਟ ਭਾਲਦਾ ਹੈ ਕਿ 24 ਦੇ ਵਿੱਚ ਮੈਂ ਵੀ ਚੋਣ ਲੜਨੀ ਹੈ, ਕਿ ਉਹਨਾਂ ਨੂੰ ਛੂਟ ਹੈ ਜਾਂ ਫਿਰ ਉਹਨਾਂ ਦਾ ਪੰਜਾਬ ਵੀ ਵਿੱਚ ਇਨਕਲੂਡ ਹੈ? ਨਹੀਂ ਸੁਖਵਿੰਦਰ ਜੀ, ਇਹ ਫੈਸਲਾ ਅਜੇ ਤੋਂ ਚਿੱਟੀ ਵਾਲਾ ਕਹਿੰਦੇ ਆ ਕਿ ਜਿਹੜੇ ਇਸ ਤਰੀਕੇ ਦੇ ਗਾਂਧੀ ਪਰਿਵਾਰ ਆ ਉਹਦੇ ਉੱਤੇ ਇਹ ਫੈਸਲਾ ਲਾਗੂ ਨਹੀਂ ਹੋਵੇਗਾ। ਇਹ ਵੀ ਗੱਲ ਕਨਸੋਆ ਜਿਹੜੀਆਂ ਸੁਣਨ ਦੇ ਵਿੱਚ ਆਈਆਂ ਨੇ, ਪਰ ਜਿਹੜਾ ਅੰਤਮ ਫੈਸਲਾ ਉਹ ਜਿਹੜਾ ਅੰਤਮ ਫੈਸਲਾ 15 ਤਰੀਕ ਤੋਂ ਬਾਅਦ ਪਤਾ ਲੱਗੇਗਾ ਕਿ ਅਸਲ ਸਥਿਤੀ ਹੈ ਕੀ। ਹਾਲਾਂਕਿ ਇਹ ਸਮਝਿਆ ਜਾ ਰਿਹਾ ਕਿ ਗਾਂਧੀ ਪਰਿਵਾਰ ਨੂੰ ਇਸ ਤੋਂ ਜਿਹੜਾ ਮੁਕਤ ਜਿਹੜਾ ਉਹ ਰੱਖਿਆ ਜਾਵੇਗਾ। ਇਹ ਜਿਹੜੇ 2-3 ਫੈਸਲੇ ਨੇ ਕੱਲ ਦੇ ਕੈਂਪ ਦੇ ਸਮੇਂ ਦੇ ਵਿੱਚ ਹੋਏ ਨੇ, ਔਰ ਇਹ ਵੀ ਇੱਕ ਮਹੱਤਵਪੂਰਨ ਫੈਸਲਾ ਹੋਇਆ ਕਿ 5 ਸਾਲ ਤੱਕ ਜਿਹੜਾ ਵੀ ਕੋਈ ਵਰਕਰ ਆ ਉਹ ਸੰਗਠਨ ਦੇ ਵਿੱਚ ਰਹੇਗਾ, ਉਸ ਤੋਂ ਬਾਅਦ ਸੰਗਠਨ ਤੋਂ ਉਹਦੀ ਛੁੱਟੀ ਕਰਕੇ ਕਿਸੇ ਹੋਰ ਰਾਜਨੀਤਿਕ ਅਦਾਰਿਆਂ ਦੇ ਵਿੱਚ ਉਸਨੂੰ ਨਿਯੁਕਤੀ ਜਿਹੜੀ ਕੀਤੀ ਜਾ ਸਕਦੀ। 5 ਸਾਲ ਤੱਕ ਸੰਗਠਨ ਦੀ ਜਿਹੜੀ ਜ਼ਿੰਮੇਵਾਰੀ ਆ ਉਸ ਨੂੰ ਨਿਭਾਉਣੀ ਪਏਗੀ। ਇਹ ਸਾਰਾ ਜੋ ਤਿਆਗ ਕੀਤਾ ਜਾ ਰਿਹਾ, ਇਸ ਦਾ ਮੁੱਦਾ ਇਹ ਹੈ ਕਿ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦਾ ਇੱਕ ਤਕੜਾ ਕਾਡਰ ਹਮੇਸ਼ਾ ਬੈਕਫੁੱਟ ਤੇ ਤਿਆਰ ਰਹਿੰਦਾ ਹੈ। ਕਾਂਗਰਸ ਨੇ ਕਦੇ ਵੀ ਸੈਕੰਡ ਲਾਈਨ ਦੇ ਨੇਤਾਵਾਂ ਨੂੰ ਉੱਠਣ ਨਹੀਂ ਦਿੱਤਾ। ਕੇਵਲ ਇੱਕ ਹੀ ਪਰਿਵਾਰ ਜਿਹੜਾ ਉਹ ਡੋਮੀਨੇਟ ਸਿਆਸਤ ਨੂੰ ਕਰਦਾ ਰਿਹਾ। ਪਰ ਜੇਕਰ ਤੁਸੀਂ ਬੀਜੇਪੀ ਦੀ ਗੱਲ ਕਰੋ, ਬੀਜੇਪੀ ਦੀ ਅਗਲੀ ਲਾਈਨ ਦੇ ਨੇਤਾ ਹੋਰ ਨੇ, ਸੈਕੰਡ ਦੇ ਹੋਰ ਨੇ, ਤੀਜੀ ਦੇ ਹੋਰ ਨੇ। ਇੱਕ ਲਾਈਨ ਵਾਲੇ ਨੇ ਆਪਣੇ ਆਪ ਹੀ ਸਮਾਪਤ ਹੋ ਕੇ ਦੂਜੀ ਲਾਈਨ ਵਾਲੇ ਅੱਗੇ ਆ ਜਾਂਦੇ ਆ। ਇਹੋ ਜਿਹਾ ਜਿਹੜਾ ਕਲਚਰ ਆ ਕਾਂਗਰਸ ਪਾਰਟੀ ਦੇ ਵਿੱਚ ਦਿਖਾਈ ਜਿਹੜਾ ਉਹ ਨਹੀਂ ਦਿੰਦਾ, ਤੇ ਸ਼ਾਇਦ ਇਸੇ ਕਲਚਰ ਨੂੰ ਅਡਾਪਟ ਕਰਨ ਵਾਸਤੇ ਤਾਂ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿੱਥੇ ਕਾਂਗਰਸ ਪਾਰਟੀ ਜਿਹੜੀ ਆ ਉਹਦਾ ਜ਼ਮੀਨ ਜਿਹੜੀ ਖੁਸਦੀ ਜਾ ਰਹੀ ਹੈ ਜਾਂ ਅਲੋਪ ਹੁੰਦੀ ਜਾ ਰਹੀ ਆ, ਉਸ ਨੂੰ ਦੁਬਾਰਾ ਬਹਾਲ ਕਰਨ ਵਾਸਤੇ ਇਹੋ ਜਿਹੇ ਬਦਲਾਵ ਜਿਹੜੇ ਨੇ ਇਹਨਾਂ ਦੀ ਗੱਲ ਕਰਨ ਦੀ ਜਿਹੜੀ ਗੱਲਬਾਤ ਕੀਤੀ ਗਈ ਆ। ਉਸ ਤੋਂ ਇਲਾਵਾ ਦੇਖਦੇ ਹਾਂ ਕਿ ਇਹਨਾਂ ਨਾਲ ਕਿੰਨੇ ਕੁ ਜਿਹੜੇ ਬਦਲਾਵ ਕਾਂਗਰਸ ਦੇ ਵਿੱਚ ਆਉਂਦੇ ਆ, ਕਿਉਂਕਿ ਬਦਲਾਅ ਦੀਆਂ ਗੱਲਾਂ ਤਾਂ ਪਹਿਲਾਂ ਵੀ ਗਾਂਧੀ ਪਰਿਵਾਰ ਕਰਦਾ ਰਿਹਾ, ਪਰ ਬਦਲਾਵ ਦੇਖਣ ਨੂੰ ਮਿਲਦਾ ਨਹੀਂ ਸੀ ਪਾਰਟੀ ਦੇ ਅੰਦਰ, ਤੇ ਅੱਜ ਤੱਕ ਮਿਲਿਆ ਵੀ ਨਹੀਂ, ਜਿਹਦੇ ਕਰਕੇ ਪੂਰੇ ਭਾਰਤ ਦੇ ਵਿੱਚ ਜਿਹੜੀ ਪਾਰਟੀ ਹਾਸ਼ੀਏ ਤੇ ਚਲੀ ਗਈ ਹੈ। ਅਗਲੀ ਖਬਰ ਦੀ ਅਣਖੀ ਸਾਹਿਬ ਆਪਾਂ ਗੱਲਬਾਤ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਉਹਨਾਂ ਲੋਕਾਂ ਦੇ ਕੱਲ ਘਰ ਦੇ ਵਿੱਚ ਗਏ ਜਿੱਥੇ ਨਸ਼ੇ ਦੀ ਓਵਰਡੋਜ਼ ਦੇ ਨਾਲ ਲੋਕ ਮਰ ਗਏ, ਤੇ ਅੱਗੇ ਜਿੱਥੇ ਨਵਜੋਤ ਸਿੰਘ ਸਿੱਧੂ ਜੰਮ ਕੇ ਸਰਕਾਰ ਤੇ ਨਿਸ਼ਾਨੇ ਸਾਧਦੇ ਸੀ, ਉੱਥੇ ਹੁਣ ਨਵਜੋਤ ਸਿੰਘ ਸਿੱਧੂ ਨੇ ਕੱਲ ਇਹ ਵੀ ਗੱਲ ਕਹੀ ਹੈ ਕਿ ਨਸ਼ਾ ਤਸਕਰ ਤੇ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਨਸ਼ਾ ਜਿਹੜਾ ਉਹ ਵਰਤ ਰਿਹਾ ਹੈ, ਜਾਨੀ ਕਿ ਵਿਕ ਰਿਹਾ ਹੈ। ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਦੇ ਇਹਨਾਂ ਸੁਰਾਂ ਨੂੰ? ਲੱਗਦਾ ਤਾਂ ਨਹੀਂ ਕਿਤੇ ਬਹੁਤੇ ਲੋਕ ਏਦਾਂ ਕਹਿੰਦੇ ਆ ਕਿ ਭਗਵੰਤ ਮਾਨ ਨਾਲ ਮੀਟਿੰਗ ਤੋਂ ਮਗਰੋਂ ਥੋੜੇ ਸੁਰ ਸਿੱਧੂ ਦੇ ਨਰਮ ਪੈ ਗਏ ਆ? ਦੇਖੋ ਜੀ, ਸਿੱਧੂ ਸਾਹਿਬ ਦੇ ਸੁਰ ਨਰਮ ਪਏ ਆ ਕਿ ਨਹੀਂ ਪਏ, ਪਰ ਜਿਹੜਾ ਉਹਨਾਂ ਨੇ ਇਹ ਬਿਆਨ ਕੱਲ ਦਿੱਤਾ ਇਹ ਬੜਾ ਮਹੱਤਵਪੂਰਨ ਬਿਆਨ ਹੈਗਾ। ਤੇ ਸੁਖਵਿੰਦਰ ਜੀ, ਤੁਸੀਂ ਇਸ ਗੱਲ ਵੀ ਮੱਦੇ ਨਜ਼ਰ ਰੱਖੋ ਕਿ ਜਿਸ ਦਿਨ ਦੀ ਨਵਜੋਤ ਸਿੰਘ ਸਿੱਧੂ ਤੇ ਭਗਵੰਤ ਸਿੰਘ ਮਾਨ ਦੀ ਆਪਸੀ ਮੁਲਾਕਾਤ ਹੋਈ ਆ, ਮੀਟਿੰਗ ਹੋਈ ਆ, ਤਾਂ ਉਸ ਮੀਟਿੰਗ ਤੋਂ ਬਾਹਰ ਆਣ ਕੇ ਜਿਸ ਤਰੀਕੇ ਦੀ ਉਹਨਾਂ ਨੇ ਸ਼ਲਾਘਾ ਕੀਤੀ, ਤੇ ਉਸ ਤੋਂ ਮਗਰੋਂ ਭਗਵੰਤ ਮਾਨ ਜਿਸ ਤਰੀਕੇ ਨਾਲ ਐਕਸ਼ਨ ਮੋਡ 'ਚ ਨਜ਼ਰ ਆਏ ਨੇ, ਇਹ ਕੜੀਆਂ ਕਿਤੇ ਨਾ ਕਿਤੇ ਆਪਸ ਦੇ ਵਿੱਚ ਜੁੜਦੀਆਂ ਮਹਿਸੂਸ ਹੁੰਦੀਆਂ। ਪਰਸੋਂ ਭਗਵੰਤ ਮਾਨ ਹੁਣੀ ਜ਼ਿਲ੍ਹਿਆਂ ਦੇ ਐਸਐਸਪੀਓ ਡੀਸੀ ਨੂੰ ਮੁਲਾਕਾਤ ਕਰਕੇ ਮੀਟਿੰਗ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਨਸ਼ੇ ਨੂੰ ਖਤਮ ਕਰਨ ਵਾਸਤੇ ਲਾਉਂਦੇ ਆ, ਤੇ ਨਾਲ ਹੀ ਇਹ ਗੱਲ ਸਾਫ਼ ਨਿਰਦੇਸ਼ ਦੇ ਦਿੱਤੇ ਜਾਂਦੇ ਆ ਕਿ ਜੇਕਰ ਕੋਈ ਵੀ ਜ਼ਿਲ੍ਹੇ 'ਚ ਨਸ਼ੇ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਆ, ਜੇ ਨਹੀਂ ਹੁੰਦੀ ਤਾਂ ਉਸ ਦੀ ਸਿੱਧੀ ਜ਼ਿੰਮੇਵਾਰੀ ਐਸਐਸਪੀ ਦੀ ਹੋਏਗੀ, ਡੀਸੀ ਸਾਹਿਬਾਨ ਦੀ ਹੋਏਗੀ। ਤੇ ਅਗਲੇ ਦਿਨ ਹੀ ਨਵਜੋਤ ਸਿੰਘ ਸਿੱਧੂ ਇਹੋ ਜਿਹਾ ਬਿਆਨ ਦਿੰਦੇ ਆ ਕਿ ਬੀਤੇ ਸਮੇਂ ਦੇ ਵਿੱਚ ਜਿਹੜਾ ਨਸ਼ਾ ਤਾਂ ਨਹੀਂ ਖਤਮ ਹੋਇਆ ਕਿ ਨਸ਼ੇ ਦੇ ਤਸਕਰਾਂ ਤੇ ਦੂਜੇ ਪਾਸੇ ਪੁਲਿਸ ਦੇ ਵਿੱਚ ਆਪਸੀ ਸਬੰਧਾਂ ਕਰਕੇ ਨਸ਼ਾ ਜਿਹੜਾ ਉਹ ਖਤਮ ਨਹੀਂ ਹੋ ਸਕਿਆ। ਤਾਂ ਬਿਲਕੁਲ ਜੇਕਰ ਇਹਨਾਂ ਦੋਵਾਂ ਬਿਆਨਾਂ ਦੀ ਜੇ ਟਾਈਮਿੰਗ ਦੇਖੀਏ ਜਾਂ ਦੋਵਾਂ ਵਿਅਕਤੀਆਂ ਦੀ ਅਸੀਂ ਕਹਿ ਸਕਦੇ ਕਿ ਕੋਲੈਬੋਰੇਸ਼ਨ ਦੇਖੀਏ, ਤੇ ਜਿਸ ਤਰੀਕੇ ਨਾਲ ਤੁਸੀਂ ਬਿਆਨ ਕੀਤੀ ਕਿ ਲੋਕ ਇਹ ਗੱਲ ਕਹਿੰਦੇ ਨੇ ਕਿ ਭਗਵੰਤ ਮਾਨ ਨਵਜੋਤ ਸਿੱਧੂ ਦੇ ਜਿਹੜੇ ਸੁਰ ਨੇ ਨਰਮ ਪਏ ਜਾਂ ਨਹੀਂ ਪਏ, ਇਹ ਗੱਲ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਨਵਜੋਤ ਸਿੱਧੂ ਦੀ ਜਿਹੜੀ ਗਾਈਡਲਾਈਨਸ ਜਿਹੜੀਆਂ ਦਿੱਤੀਆਂ ਗਈਆਂ, ਮੈਂ ਗਾਈਡਲਾਈਨਸ ਕਹਿ ਰਿਹਾ, ਇਸ ਨੂੰ ਸਲਾਹ ਮਸ਼ਵਰਾ ਕਹਿ ਲਓ, ਕੁਝ ਵੀ ਕਹਿ ਲਓ, ਉਸ ਮੀਟਿੰਗ ਦੇ ਵਿੱਚ ਜਿਹੜੀ ਭਗਵੰਤ ਮਾਨ ਤੇ ਨਵਜੋਤ ਸਿੱਧੂ ਦੇ ਵਿਚਕਾਰ ਹੋਈ, ਇਹ ਜੋ ਕੁਝ ਹੋ ਰਿਹਾ ਮੇਰਾ ਖਿਆਲ ਉਸੇ ਮੀਟਿੰਗ ਦਾ ਹੀ ਸਿਲਸਿਲਾ ਆ। ਤੇ ਅਗਲੇ ਕੁਝ ਦਿਨਾਂ ਦੇ ਵਿੱਚ ਹੋਰ ਵੀ ਉਹੋ ਜਿਹੇ ਧਮਾਕੇ
ਜਿਹੜੇ ਕੀਤੇ ਜਾ ਸਕਦੇ ਨੇ, ਜਿਹੜੇ ਕਦੇ ਨਵਜੋਤ ਸਿੱਧੂ ਆਪਣੇ ਪੱਧਰ ਤੇ ਲੈਣਾ ਚਾਹੁੰਦਾ ਸੀ। ਫਾਰ ਐਗਜ਼ਾਮਪਲ ਉਦਾਹਰਨ ਦੇ ਤੌਰ ਤੇ ਜਿਸ ਤਰੀਕੇ ਨਾਲ ਉਦਮ ਕਿਹਾ ਸੀ L1 ਦੇ ਲਾਇਸੈਂਸ ਜਿਹੜੇ ਨੇ ਉਹ ਤੁਸੀਂ ਸਰਕਾਰ ਆਪਣੇ ਕੋਲ ਰੱਖੋ, ਮਾਈਨਿੰਗ ਦਾ ਮੁੱਦਾ ਆਪਣੇ ਕੋਲ ਰੱਖੋ। ਤੇ ਯਾਨੀ ਕਹਿਣ ਦਾ ਭਾਵ ਨਵਜੋਤ ਸਿੰਘ ਸਿੱਧੂ ਜਿਹੜੀਆਂ ਗੱਲਾਂ ਉਦੋਂ ਦੱਸ ਕੇ ਭਗਵੰਤ ਮਾਨ ਨੂੰ ਮੀਟਿੰਗ ਤੇ ਆਏ ਆ, ਠੀਕ ਹੈ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਿੱਧੂ ਵੀ ਗਏ ਤੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਭਗਵੰਤ ਮਾਨ ਨੇ ਵੀ ਸੁਣੇ, ਤੇ ਜਿਹੜੇ ਉਹਨਾਂ ਨੂੰ ਚੰਗੇ ਲੱਗ ਰਹੇ ਆ ਤੇ ਉਹਨਾਂ ਫੈਸਲਿਆਂ ਦੇ ਉੱਪਰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਭਗਵੰਤ ਮਾਨ ਵੀ ਜਿਹੜੇ ਆ ਉਹ ਫੈਸਲੇ ਲੈ ਰਹੇ ਨੇ। ਕਈ ਵਾਰੀ ਸੀਐਮ ਨੂੰ ਆਏ ਹੋ ਜਾਂਦਾ ਕਿ ਭਾਈ ਮੈਂ ਇਹਦੇ ਕਹਿਣ ਤੇ ਕਿਉਂ ਇਹ ਗੱਲਾਂ ਕਰਾਂ, ਮੈਂ ਆਪਦੇ ਹਿਸਾਬ ਦੇ ਨਾਲ ਆਪਣੇ ਤਰੀਕੇ ਨਾਲ ਕਰਾਂ, ਪਰ ਭਗਵੰਤ ਮਾਨ ਵੀ ਨਵਜੋਤ ਸਿੰਘ ਸਿੱਧੂ ਦੀਆਂ ਸੁਣੀਆਂ ਗੱਲਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜਿਹੜਾ ਉਹਨਾਂ ਤੇ ਅਮਲ ਕਰਦੇ ਹੋਏ ਨਜ਼ਰ ਆ ਰਹੇ ਆ, ਕਹਿ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ। ਮੈਂ ਇਹੋ ਜਿਹੀ ਗੱਲ ਕਹਿਣੀ ਚਾਹੁੰਦਾ ਸਾਂ, ਤੁਸੀਂ ਬੜੇ ਵਧੀਆ ਸ਼ਬਦਾਂ ਦੇ ਵਿੱਚ ਇਹਨਾਂ ਨੂੰ ਮੇਰੇ ਇਸ ਗੱਲ ਨੂੰ ਜਿਹੜੇ ਉਹ ਬਿਆਨ ਕੀਤਾ ਆ ਕਿ ਜੋ ਭਗਵੰਤ ਮਾਨ ਮਾਫ ਕਰਦਾ ਜੋ ਨਵਜੋਤ ਸਿੰਘ ਸਿੱਧੂ ਦੀਆਂ ਸਲਾਹਾਂ ਸਨ, ਉਹਨਾਂ ਸਲਾਹਾਂ ਨੂੰ ਮੰਨਦੇ ਹੋਏ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਉਹਨਾਂ ਨੂੰ ਭਗਵੰਤ ਮਾਨ ਵੱਲੋਂ ਹੁਣ ਅਮਲੀ ਰੂਪ ਜਿਹੜਾ ਉਹ ਦਿੱਤਾ ਜਾ ਰਿਹਾ। ਤਾਂ ਜਿਹੜੀ ਗੱਲ ਜਿਸ ਤਰੀਕੇ ਨਾਲ ਨਸ਼ੇ ਦੇ ਉਹ ਗਏ ਨੇ, ਜਿਹੜੇ ਵਿਚਾਰੇ ਪੀੜਤ ਬੰਦੇ ਸੀ ਉਹਨਾਂ ਦੇ ਘਰ ਗਏ ਔਰ ਉੱਥੇ ਜਾ ਕੇ ਉਹਨਾਂ ਨੇ ਇਹ ਗੱਲ ਕਹੀ, ਤੇ ਮੈਨੂੰ ਉਸੇ ਵਕਤ ਹੀ ਇਹ ਗੱਲ ਯਾਦ ਆਈ ਕਿ ਬੀਤੇ ਪਰਸੋਂ ਹੀ ਜਿਹੜਾ ਸੀ 2 ਦਿਨ ਪਹਿਲਾਂ ਜਿਹੜੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਕੀਤੀ ਗਈ, ਤਾਂ ਇਹ ਚੰਗੀ ਗੱਲ ਹੈ, ਇੱਕ ਚੰਗਾ ਰੁਝਾਨ ਹੈ। ਅਸੀਂ ਕਹਿ ਸਕਦੇ ਕਿ ਹੈਲਦੀ ਪੋਲਿਟਿਕਸ ਜਾਂ ਹੈਲਦੀ ਰਾਜਨੀਤੀ ਜਿਹੜੀ ਆ ਇਹੋ ਜਿਹੀ ਹੋ ਜਾਣੀ ਚਾਹੀਦੀ ਕਿ ਜਦੋਂ ਮੁੱਦਿਆਂ ਤੋਂ ਉੱਠ ਮੁੱਦਿਆਂ ਦੀ ਜਦੋਂ ਗੱਲ ਕਰਦੀ ਆ। ਠੀਕ ਹੈ, ਦੂਜੇ ਪਾਸੇ ਇਹ ਵੀ ਆ ਨਾ ਕਿ ਤੁਸੀਂ ਇੱਕ ਭਗਵੰਤ ਮਾਨ ਨੂੰ ਜਾ ਕੇ ਸਲਾਹਾਂ ਦੇ ਆਏ ਹੋ, ਬਾਹਰ ਆ ਕੇ ਤੁਸੀਂ ਤਾਰੀਫ ਕਰਤੀ ਕਿ ਉਹ ਕਰੂਗਾ, ਤੇ ਕਰਨ ਨੂੰ ਥੋੜਾ ਟਾਈਮ ਤਾਂ ਲੱਗਦਾ ਹੀ ਹੈ। ਇਸੇ ਕਰਕੇ ਹੋ ਸਕਦਾ ਕਿ ਸਿੱਧੂ ਨੇ ਥੋੜਾ ਟਾਈਮਿੰਗ ਦੇ ਕਰਕੇ ਜਿਹੜੇ ਸੁਰ ਆਪਣੇ ਨਰਮ ਰੱਖ ਲਏ ਹੋਣ, ਪਰ ਬਹੁਤੀ ਦੇਰ ਸਿੱਧੂ ਸ਼ਾਂਤ ਰਹਿਣ ਵਾਲੇ ਨਹੀਂ। ਜੇ ਉਹਨਾਂ ਗੱਲਾਂ ਦੇ ਉੱਪਰ ਕਾਰਵਾਈ ਹੁੰਦੀ ਨਾ ਦੇਖੀ ਤਾਂ ਸਿੱਧੂ ਦੇ ਇਹ ਨਰਮ ਸੁਰ ਆਪਾਂ ਨੂੰ ਗਰਮ ਸੁਰਾਂ ਦੇ ਵਿੱਚ ਵੀ ਨਜ਼ਰ ਆ ਸਕਦੇ ਆ। ਪਰ ਫਿਲਹਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਸਿੱਧੂ ਜਾ ਕੇ ਮਿਲ ਕੇ ਜਿਹੜੀ ਉੱਥੇ ਗੱਲਬਾਤ ਦੱਸ ਕੇ ਆਏ ਆ, ਉਮੀਦ ਵੀ ਜਤਾਈ ਆ ਉਹਨਾਂ ਨੇ, ਤੇ ਸ਼ਾਇਦ ਟਾਈਮ ਵੀ ਦੇ ਰਹੇ ਨੇ, ਇਸੇ ਕਰਕੇ ਸੁਰ ਜਿਹੜੇ ਆ ਉਹਨਾਂ ਦੇ ਨਰਮ ਨਜ਼ਰ ਆ ਰਹੇ ਆ। ਅਨਕੀ ਸਾਹਿਬ, ਅਗਲੀ ਖਬਰ ਤੇ ਆਪਾਂ ਜਾਈਏ। ਉਧਰ ਭਗਵੰਤ ਮਾਨ ਦਾ ਆਫਰ ਹੈ, ਸਰਕਾਰ ਦਾ ਆਫਰ ਹੈ, ਕਿਹਾ ਜਾ ਰਿਹਾ ਕਿ ਜਿਹੜੀਆਂ ਨਜਾਇਜ਼ ਪੰਚਾਇਤੀ ਜ਼ਮੀਨਾਂ ਦੇ ਉੱਪਰ ਲੋਕਾਂ ਦੇ ਕਬਜ਼ੇ ਆ, ਜੇਕਰ ਪਿੰਡ ਦੇ ਲੋਕ ਉਹਨਾਂ ਨੂੰ ਸਹਿਮਤੀ ਦੇ ਨਾਲ ਛੱਡਦੇ ਆ ਤਾਂ ਕਹਿੰਦੇ ਸਰਕਾਰ ਦੇ ਵੱਲੋਂ ਸਹੂਲਤ ਜਿਹੜੀ ਆ ਉਹ ਦਿੱਤੀ ਜਾਊਗੀ। ਇੱਕ ਪਿੰਡ ਦੇ ਵਿੱਚ ਤਾਂ ਕਹਿੰਦੇ ਪਸ਼ੂ ਹਸਪਤਾਲ ਵੀ ਦੇਤਾ, ਜਿਹੜੇ ਪਿੰਡ ਦੇ ਲੋਕਾਂ ਨੇ ਸਹਿਮਤੀ ਨਾਲ ਜਿਹੜੀਆਂ ਨਜਾਇਜ਼ ਕਬਜ਼ੇ ਵਾਲੀਆਂ ਜ਼ਮੀਨਾਂ ਜਿਹੜੀਆਂ ਖਾਲੀ ਕੀਤੀਆਂ ਨੇ। ਕਿਵੇਂ ਦੇਖਦੇ ਹੋ ਭਗਵੰਤ ਮਾਨ ਦੇ ਇਸ ਆਫਰ ਨੂੰ? ਦੇਖੋ, ਇਹੋ ਜਿਹੇ ਜਿਹੜੇ ਆਫਰ ਨੇ ਜਿਹੜੇ ਲੋਕਾਂ ਨੂੰ ਦਿੱਤੇ ਜਾ ਰਹੇ ਨੇ, ਵੇਖੋ ਇਹ ਲੋਕਾਂ ਦੇ ਭਲੇ ਵਾਸਤੇ ਨੇ। ਉਹ ਜ਼ਮੀਨਾਂ ਜਿਹੜੀਆਂ ਲੰਬੇ ਸਮੇਂ ਤੋਂ ਪੰਚਾਇਤਾਂ ਜ਼ਮੀਨਾਂ ਸਨ, ਸ਼ਾਮਲਟ ਜਿਹੜੀਆਂ ਲੋਕਾਂ ਨੇ ਨੱਪੀਆਂ ਸਨ, ਤੇ ਕਦੇ ਵੀ ਕਿਸੇ ਸਰਕਾਰ ਦਾ, ਰਵਾਇਤੀ ਪਾਰਟੀਆਂ ਦੀ ਸਰਕਾਰਾਂ ਦਾ ਧਿਆਨ ਉਹਨਾਂ ਕਬਜ਼ਿਆਂ ਨੂੰ ਛਡਾਉਣ ਵੱਲ ਨਹੀਂ ਸੀ ਗਿਆ। ਤੇ ਜੇਕਰ ਹੁਣ ਭਗਵੰਤ ਮਾਨ ਨੇ ਕਿਸੇ ਤਰੀਕੇ ਨਾਲ ਇਹ ਮਾਫ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਨੂੰ ਛਡਾਉਣਾ ਦੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੈ, ਤੇ ਲੋਕਾਂ ਦਾ ਭਰਵਾਂ ਸਹਿਯੋਗ ਵੀ ਮਿਲਦਾ ਪਿਆ। ਇਸ ਤੋਂ ਗੱਲ ਤੇ ਸੁਖਵਿੰਦਰ ਜੀ, ਇਹਦੇ ਤੋਂ ਸਾਫ਼ ਗੱਲ ਇਹ ਜ਼ਾਹਿਰ ਹੁੰਦੀ ਕਿ ਪੰਜਾਬ ਦੇ ਲੋਕ ਵੀ ਉਸੇ ਤਰੀਕੇ ਨਾਲ ਸੋਚਦੇ ਨੇ ਜਿਸ ਤਰੀਕੇ ਨਾਲ ਪੰਜਾਬ ਦਾ ਭਲਾ ਹੋ ਸਕੇ। ਜ਼ਰੂਰੀ ਨਹੀਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਇਹਨੇ ਆਣ ਕੇ ਕੋਈ ਇਹੋ ਜਿਹਾ ਚਮਤਕਾਰ ਕਰਕੇ ਲੋਕਾਂ ਦੀ ਸੋਚ ਜਿਹੜੀ ਇਸ ਤਰੀਕੇ ਨਾਲ ਬਦਲਤੀ ਹੈ। ਮੈਨੂੰ ਨਹੀਂ ਲੱਗਦਾ, ਮੈਨੂੰ ਤੇ ਇਸ ਤਰ੍ਹਾਂ ਲੱਗਦਾ ਪੰਜਾਬ ਦੇ ਲੋਕ ਵੀ ਇਹ ਚਾਹੁੰਦੇ ਰਹੇ ਨੇ ਕਿ ਬੀਤੇ ਸਮੇਂ ਦੇ ਵਿੱਚ ਇਹ ਜਿਹੜੇ ਨਜਾਇਜ਼ ਕਬਜ਼ੇ ਨੇ ਜਾਂ ਇਹੋ ਜਿਹੀਆਂ ਚੀਜ਼ਾਂ ਇਹ ਸਰਕਾਰੀ ਦੀਆਂ ਵਰਤੋਂ ਦੇ ਵਿੱਚ ਆਉਣ ਤੇ ਲੋਕਾਂ ਦੇ ਭਲੇ ਵਾਸਤੇ ਕੰਮ ਆਉਣ। ਪਰ ਬੀਤੇ ਦੌਰ 'ਚ ਭਾਈ ਭਤੀਜਾਵਾਦ ਜਾਂ ਬਹੁਤ ਕੁਝ ਇਹੋ ਜਿਹਾ ਚੱਲਦਾ ਰਿਹਾ, ਜਿਸ ਕਰਕੇ ਲੋਕ ਵੀ ਫਿਰ ਉਹੋ ਜਿਹੇ ਹੋ ਗਏ, ਕਿਉਂਕਿ ਜੈਸਾ ਹੀ ਰਾਜਾ ਤੈਸੀ ਪ੍ਰਜਾ ਇਹ ਗੱਲ ਹੁੰਦੀ ਹੈ। ਜਿਸ ਤਰੀਕੇ ਦਾ ਰਾਜ ਸਰਕਾਰ ਹੋਏ, ਲੋਕ ਵੀ ਉਸੇ ਤਰੀਕੇ ਦੀ ਜਿਹੜੀ ਸੋਚ ਆ ਉਹ ਅਪਣਾ ਲੈਂਦੇ ਆ। ਤੇ ਜੇਕਰ ਭਗਵੰਤ ਮਾਨ ਉਹਨਾਂ ਨੇ ਇਸ ਤਰੀਕੇ ਦੇ ਨਾਲ ਹਸਪਤਾਲ, ਸਿਵਲ ਮਾਫ ਕਰਨਾ ਪਸ਼ੂ ਪਾਲਣ ਜਿਹੜੇ ਹਸਪਤਾਲ ਖੋਲਣ ਦੀ ਜਿਹੜੀ ਡਿਮਾਂਡ ਜਿਹੜੀ ਔਰ ਮਾਫ ਕਰਨਾ ਡਿਮਾਂਡ ਨਹੀਂ ਜਿਹੜੀ ਫੈਸਲਾ ਕੀਤਾ ਕਿ ਉਹਨਾਂ ਪਿੰਡਾਂ ਦੇ ਵਿੱਚ ਕਿ ਜਿਹੜੇ ਆਪਣੀ ਮਰਜ਼ੀ ਦੇ ਨਾਲ ਪੰਚਾਇਤਾਂ ਜਿਹੜੀਆਂ ਜ਼ਮੀਨਾਂ ਮਹਿਕਮੇ ਨੂੰ ਦੇ ਦੇਣਗੇ, ਸਰਕਾਰ ਨੂੰ ਦੇ ਦੇਣਗੇ, ਤਾਂ ਕੁਦਰਤੀ ਤੌਰ ਤੇ ਉਸਦੀ ਜਿਹੜੀ ਆ ਸ਼ਲਾਘਾ ਕਰਨੀ ਜਿਹੜੀ ਉਹ ਬਣਦੀ ਹੈ। ਸੁਖਵਿੰਦਰ ਜੀ, ਨਾਲ ਹੀ ਇੱਕ ਜਿਹੜੀ ਮਹੱਤਵਪੂਰਨ ਖਬਰ ਆ, ਸ਼ਾਇਦ ਤੁਸੀਂ ਉਹ ਤੁਹਾਡੇ ਉਹ ਤੁਸੀਂ ਨਹੀਂ ਪੜ੍ਹੀ ਜਾਣ ਲਈ, ਕਿ ਜਿਹੜਾ 10 ਜੂਨ ਨੂੰ ਜਿਹੜਾ ਮਾਫ ਕਰਨਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਬਜਟ ਪੇਸ਼ ਹੋ ਰਿਹਾ, ਉਹਦੇ ਸੰਬੰਧੀ ਵੀ ਜਿਹੜੀ ਗੱਲ ਆ ਉਹ ਆਪਾਂ ਜ਼ਰੂਰ ਥੋੜੀ ਜਿਹੀ ਕਰ ਲਈਏ ਕਿ 10 ਜੂਨ ਨੂੰ ਆਮ ਆਦਮੀ ਪਾਰਟੀ ਦਾ ਜਿਹੜਾ ਬਜਟ ਆ ਉਹ ਪੇਸ਼ ਕੀਤਾ ਜਾਣਾ ਹੈਗਾ। ਹਾਲਾਂਕਿ ਲਿਖਤੀ ਤੌਰ ਤੇ ਇਸ ਦੀ ਗੱਲਬਾਤ ਜਿਹੜੀ ਉਹ ਨਹੀਂ ਆਈ, ਪਰ ਮੌਖਿਕ ਰੂਪ ਦੇ ਵਿੱਚ ਕਹਿੰਦੇ ਆ ਕਿ ਵਿਧਾਨ ਸਭਾ ਦੇ ਸੈਕਟਰੀ ਨੂੰ ਇਹ ਗੱਲ ਕਹਿ ਦਿੱਤੀ ਗਈ ਆ ਔਰ ਉਹਦੇ ਵਿੱਚ ਬਜਟ ਜਿਹੜਾ ਪੇਸ਼ ਕੀਤਾ ਜਾਣਾ। ਤੇ ਬਜਟ ਜਿਹੜਾ ਹੈਗਾ ਉਹ ਇਹੋ ਜਿਹਾ ਬਜਟ ਆ ਕਿ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਕੋਈ ਵੀ ਨਵਾਂ ਟੈਕਸ ਨਹੀਂ ਲਾਇਆ ਜਾਣਾ। ਤਾਂ ਇਹਦੇ ਨਾਲ ਹੀ ਨਾਲ ਜਿਹੜੀ ਇਸ ਵਿਧਾਨ ਸਭਾ ਦਾ ਜਿਹੜਾ ਬਜਟ ਸੈਸ਼ਨ ਹੋਏਗਾ ਉਹਦੇ ਵਿੱਚ ਇਹ ਵੀ ਹੈ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਬਿੱਲ ਵੀ ਪਾਸ ਕੀਤਾ ਜਾਣਾ। ਔਰ ਸਭ ਤੋਂ ਵੱਡੀ ਗੱਲ ਜਿਹੜੀ ਆ ਕਿ 16,000 ਕਰੋੜ ਜਿਹੜਾ ਰੁਪਇਆ ਜਿਹੜਾ GST ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਦਿੱਤੀ ਸੀ,
ਉਹ ਜੁਲਾਈ ਮਹੀਨੇ ਦੇ ਵਿੱਚ ਉਹ ਖਤਮ ਹੋ ਜਾਣਾ ਤੇ ਇਸ ਬਜਟ ਦੇ ਵਿੱਚ ਇਹ ਵਿਚਾਰ ਜ਼ਰੂਰ ਕੀਤੀ ਜਾਏਗੀ ਕਿ ਉਹ 16,000 ਕਰੋੜ ਰੁਪਏ ਦਾ ਜਿਹੜਾ ਘਾਟਾ ਆ ਉਹ ਕਿਵੇਂ ਪੂਰਾ ਕਰਨਾ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਪੱਖੋਂ ਪੂਰਨ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਪ੍ਰਤੀਬੱਧ ਆ ਕਿ ਉਹਨੇ ਇਹ ਗੱਲ ਕਹੀ ਹੈ ਕਿ ਕੋਈ ਨਵਾਂ ਟੈਕਸ ਪੰਜਾਬ ਦੇ ਲੋਕਾਂ ਤੇ ਨਹੀਂ ਜਾਣਾ, ਨਹੀਂ ਲਾਇਆ ਜਾਵੇਗਾ, ਕਿਉਂਕਿ ਅਸੀਂ ਲੋਕਾਂ ਦੀ ਮਰਜ਼ੀ ਦੇ ਨਾਲ ਜਿਹੜਾ ਬਜਟ ਬਣਾਇਆ। ਸੋ ਬਾਕੀ ਇਸ ਬਜਟ ਦੇ ਉੱਤੇ ਸੁਖਿੰਦਰ ਜੀ ਬੜੀਆਂ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਨੇ। ਕਿਉਂ ਆਪਾਂ ਖੁੱਲ ਕੇ ਚਰਚਾ ਕਰਾਂਗੇ ਅੰਸ਼ ਸਾਹਿਬ, ਇਸ ਬਜਟ ਦੇ ਉੱਪਰ ਆਪਾਂ ਖੁੱਲ ਕੇ ਚਰਚਾ ਕਰਾਂਗੇ। ਹੁਣ ਟਾਈਮ ਦੀ ਘਾਟ ਤੁਹਾਡੇ ਕੋਲੇ ਵੀ ਹੈਗੀ ਆ, ਇੱਕ ਦੋ ਖਬਰਾਂ ਮੈਂ ਹੋਰ ਵੀ ਲੈਣੀਆਂ ਨੇ ਤੇ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ। ਇਸ ਤੇ ਆਪਾਂ ਮੈਂ ਚਾਹੁੰਦਾ ਕਿ ਦੁਪਹਿਰ ਦੇ ਪ੍ਰੋਗਰਾਮ ਤੇ ਖੁੱਲੀ ਜਿਹੜੀ ਚਰਚਾ ਕੀਤੀ ਜਾਵੇ। ਪਰ ਇਹ ਬਜਟ ਅੰਸ਼ੀ ਸਾਹਿਬ ਤੁਹਾਡੇ ਕਹਿਣ ਵਾਂਗੂ ਇਸ ਲਈ ਵੀ ਖਾਸ ਹੈ ਕਿਉਂਕਿ ਪੂਰਨ ਤਰੀਕੇ ਦੇ ਨਾਲ ਵਿੱਤ ਮੰਤਰੀ ਦੇ ਕਹਿਣ ਦੇ ਮੁਤਾਬਕ, ਮੁੱਖ ਮੰਤਰੀ ਦੇ ਕਹਿਣ ਦੇ ਮੁਤਾਬਕ ਇਹ ਬਜਟ ਜਿਹੜਾ ਲੋਕਾਂ ਲਈ, ਲੋਕਾਂ ਦੁਆਰਾ ਤਿਆਰ ਕੀਤਾ ਗਿਆ ਹੈ, ਲੋਕਾਂ ਦੀਆਂ ਰਾਏ ਦੇ ਨਾਲ ਹੀ ਤਿਆਰ ਕੀਤਾ ਗਿਆ। ਇਹ ਬਜਟ ਇਸ ਲਈ ਵੀ ਖਾਸ ਹੈ, ਦੇਖਣ ਵਾਲੀ ਗੱਲ ਹੋਊਗੀ ਕੀ ਕੁਝ ਇਸ ਦੇ ਵਿੱਚ ਰਹਿੰਦਾ। ਤੇ ਮੈਂ ਪਹਿਲਾਂ ਜਿਹੜੀ ਖਬਰ ਇਹੀ ਲਵਾਂ ਕਿ ਆਪ ਦੇ ਮੰਤਰੀ ਹੀ ਭਗਵੰਤ ਮਾਨ ਦੀ ਰਡਾਰ ਤੇ ਕਿਉਂ ਹੈ, ਇਹ ਗੱਲ ਦੱਸ ਦਿਓ ਅਣਖੀ ਸਾਹਿਬ। ਜੀ ਜੀ ਬਿਲਕੁਲ ਜੀ, ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਸਰਕਾਰੀ ਖਜ਼ਾਨੇ ਤੇ ਬੋਝ ਜਿਹੜਾ ਪੈ ਰਿਹਾ ਉਹਨੂੰ ਘਟਾਉਣ ਦੇ ਮੂਡ 'ਚ ਆ, ਤੇ ਜਿੱਥੇ ਉਹਨੇ ਪੁਰਾਣੇ ਵਿਧਾਇਕਾਂ ਦੀਆਂ, ਸਾਬਕਾ ਵਿਧਾਇਕਾਂ ਦੀਆਂ, ਰਵਾਇਤੀ ਪਾਰਟੀ ਦੇ ਜਿਹੜੇ ਅਫਸਰ ਰਹੇ ਨੇ, ਮੰਤਰੀ ਰਹੇ ਨੇ, ਵਿਧਾਇਕ ਰਹੇ ਨੇ, ਉਹਨਾਂ ਕੋਲ ਸਕੂਟਰੀਆਂ ਵਾਪਸ ਲੈ ਲਈਆਂ ਨੇ, ਉਹਨਾਂ ਦੀਆਂ ਗੱਡੀਆਂ ਵਾਪਸ ਲੈ ਲਈਆਂ ਨੇ। ਉਹਦੇ ਨਾਲ ਹੀ ਨਾਲ ਹੁਣ ਉਹਨਾਂ ਨੇ ਜਿਹੜਾ ਰੁਖ ਹੈ ਇੱਕ ਉਹ ਇਮੇਜ ਦੇਣ ਦਾ ਕਿ ਮੇਰੀ ਨਜ਼ਰ ਦੇ ਵਿੱਚ ਸਭ ਬਰਾਬਰ ਨੇ। ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੇ ਉੱਤੇ ਜਿਹੜੀ ਸੁਰੱਖਿਆ ਦੇ ਨਾਮ ਦੇ ਉੱਤੇ ਜਿਹੜੀਆਂ ਉਹਨਾਂ ਨੂੰ ਗੱਡੀਆਂ ਜਿਹੜੀਆਂ ਮਿਲੀਆਂ ਨੇ ਜਾਂ ਹੋਰ ਤੇਲ ਪਾਣੀ ਦਾ ਖਰਚਾ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ, ਉਹਦੇ ਸੰਬੰਧੀ ਜਾਣਕਾਰੀ ਜਿਹੜੀ ਆ ਭਗਵੰਤ ਮਾਨ ਨੇ ਟਰਾਂਸਪੋਰਟ ਵਿਭਾਗ ਕੋਲੋਂ ਮੰਗ ਲਈ ਆ ਕਿ ਕਿੰਨੇ ਮੰਤਰੀ ਨੂੰ ਜਿਸ ਤਰ੍ਹਾਂ 500 ਲੀਟਰ ਜਿਹੜਾ ਤੇਲ ਆ ਉਹ ਹੀ ਲੀਟਰ ਜਿਹੜਾ ਤੇਲ ਮੰਤਰੀ ਨੂੰ ਮਿਲਣਾ, ਤਾਂ ਬਕਾਇਦਾ ਤੌਰ ਤੇ ਇਹ ਪਤਾ ਲੱਗੇਗਾ ਕਿ ਉਹਨੂੰ ਲੌਗ ਬੁੱਕ ਭਰਨੀ ਪਏਗੀ ਕਿੱਥੋਂ ਲੈ ਕੇ ਕਿੱਥੋਂ ਤੱਕ ਉਹਨੇ ਕਿੰਨਾ ਸਫ਼ਰ ਕੀਤਾ ਤੇ ਕਿੰਨਾ ਤੇਲ ਖਰਚ ਹੋਇਆ। ਇਸ ਤੋਂ ਇਲਾਵਾ ਜੇਕਰ ਉਹ ਉਸ ਨੂੰ ਨਿੱਜੀ ਪੱਧਰ ਉੱਤੇ ਉਸ ਗੱਡੀ ਦੀ ਵਰਤੋਂ ਕਰਦਾ ਜਾਂ ਤੇਲ ਦੀ ਵਰਤੋਂ ਕਰਦਾ ਤਾਂ ਉਸ ਦਾ ਜਿਹੜਾ ਜ਼ੁਰਮਾਨਾ ਆ ਮੰਤਰੀ ਜਾਂ ਵਿਧਾਇਕ ਨੂੰ ਆਪਣੀ ਜੇਬ ਦੇ ਵਿੱਚੋਂ ਕਰਨਾ ਪਏਗਾ। ਇਸ ਕਾਰਨ ਇਹ ਜਿਹੜਾ ਇੱਕ ਨਵਾਂ ਫੈਸਲਾ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਇਹ ਟਰਾਂਸਪੋਰਟ ਵਿਭਾਗ ਨੂੰ ਕਿਹਾ ਹੈ ਕਿ ਇਹ ਮੰਤਰੀ ਜਿਹੜੇ ਵਿਧਾਇਕ ਨੇ ਮੌਜੂਦਾ, ਇਹਨਾਂ ਦੀ ਪੂਰਨ ਤੌਰ ਤੇ ਜਾਣਕਾਰੀ ਜਿਹੜੀ ਇਕੱਤਰ ਕੀਤੀ ਜਾਵੇ। ਜੋ ਹਿਸਾਬ ਨਾਲ ਇਹਨਾਂ ਦਾ ਤੇਲ ਬਣਦਾ ਚੰਡੀਗੜ੍ਹ ਵਿੱਚ ਰਹਿਣ ਦਾ, ਜੇਕਰ ਆਪਣੇ ਹਲਕੇ ਵਿੱਚ ਘੁੰਮਣਗੇ ਤਾਂ ਉਸ ਦਾ ਤੇਲ ਇਹਨਾਂ ਨੂੰ ਆਪਣੀ ਨਿੱਜੀ ਜੇਬ ਵਿੱਚੋਂ ਦੇਣਾ ਪਏਗਾ। ਸੋ ਇਹ ਇੱਕ ਮਹੱਤਵਪੂਰਨ ਜੀ, ਇਹ ਇੱਕ ਮਹੱਤਵਪੂਰਨ ਪ੍ਰਸ਼ਨ ਜਿਹੜਾ ਫੈਸਲਾ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ, ਤੇ ਸ਼ਾਇਦ ਇਸ ਕਰਕੇ ਕੀਤਾ ਕਿ ਵਿਰੋਧੀ ਪਾਰਟੀਆਂ ਇਹ ਨਾ ਪ੍ਰਸ਼ਨ ਚੁੱਕ ਸਕਣ ਕਿ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਤਾਂ ਇਸ ਦੇ ਵਿਧਾਇਕ ਸਰਕਾਰੀ ਸੁੱਖ ਸਹੂਲਤਾਂ ਮੰਨਦੇ ਪਏ ਆ, ਤੇ ਜਦੋਂ ਕਿ ਸਾਡੀਆਂ ਜਿਹੜੀਆਂ ਸਹੂਲਤਾਂ ਨੇ ਉਹਦੇ ਉੱਤੇ ਕਟੌਤੀ ਲਾ ਦਿੱਤੀ ਗਈ ਆ। ਸੋ ਸ਼ਾਇਦ ਇਸ ਸਬੰਧ ਦੇ ਵਿੱਚ ਇਸ ਪ੍ਰਸੰਗ 'ਚ ਇਹ ਫੈਸਲਾ ਜਿਹੜਾ ਇਹ ਕੀਤਾ ਗਿਆ। ਜੀ ਸਾਹਿਬ, ਆਖਰੀ ਖਬਰ ਹੈ ਕਿ ਜਿਹੜੇ ਇੰਟੈਲੀਜੈਂਸ ਦਫ਼ਤਰ ਦੇ ਉੱਪਰ ਬੰਬ ਧਮਾਕਾ ਹੋਇਆ ਸੀ, ਡੀਜੀਪੀ ਨੇ ਵੱਡੇ ਖੁਲਾਸੇ ਕੀਤੇ ਨੇ। ਕਿਹਾ ਜਾ ਰਿਹਾ ਕਿ ਇਹਦੇ ਤਾਰ ਪੰਜਾਬ ਤੋਂ, ਭਾਰਤ ਤੋਂ ਬਾਹਰ ਜੁੜਦੇ ਨੇ, ਕਿੱਥੇ ਤਾਰ ਜੁੜਦੇ ਨੇ, ਕੀ ਕੁਝ ਗੱਲਬਾਤ ਹੈ, ਅਹਿਮ ਖੁਲਾਸੇ ਕੀ ਆ ਆਖਰੀ? ਜੀ ਸੁਖਿੰਦਰ ਜੀ, ਇੰਟੈਲੀਜੈਂਸ ਤੇ ਜਿਹੜਾ ਦਫ਼ਤਰ ਦੇ ਉੱਤੇ ਹਮਲਾ ਹੋਇਆ, ਇਹ ਕੱਲ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਵੀ ਡੀਜੀਪੀ ਪੰਜਾਬ ਨੇ ਬੜੇ ਜਿਹੜੇ ਖੁਲਾਸੇ ਕੀਤੇ ਔਰ ਇਹ ਗੱਲ ਕਹੀ ਆ ਕਿ ਇਸ ਦੀ ਜਿਹੜੀ ਸਾਜ਼ਿਸ਼ ਹੈ ਉਹ ਪਾਕਿਸਤਾਨ ਦੇ ਵਿੱਚ ਰਚੀ ਗਈ। ਇਹ ਪਾਕਿਸਤਾਨ ਦੇ ਵਿੱਚ ਜਿਹੜਾ ਗੈਂਗਸਟਰ ਰਿੰਦਾ ਹੈ, ਰਿੰਦਾ ISI ਦੇ ਸੰਪਰਕ ਦੇ ਵਿੱਚ ਹੈਗਾ ਔਰ BKI ਦੇ ਜਿਹੜੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਿਹੜੇ ਖਾਟੂ ਜਿਹੜੇ ਉੱਧਰ ਬੈਠੇ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਜਾਂ ਉਹਨਾਂ ਦੇ ਆਪਸੀ ਮਿਲ ਕੇ ਇਹ ਘਟਨਾ ਜਿਹੜੀ ਆ ਇਹ ਪੰਜਾਬ ਦੇ ਵਿੱਚ ਜਿਹੜੀ ਅੰਜਾਮ ਦਿੱਤੀ ਆ। ਪਰ ਇਸ ਦੇ ਤਾਰ ਜਿਹੜੇ ਉਹਨਾਂ ਨੇ ਕਿਹਾ ਕੈਨੇਡਾ 'ਚ ਵੀ ਜੁੜਦੇ ਆ। ਲਖਵੀਰ ਸਿੰਘ ਲੱਡਾ ਨਾਂ ਦਾ ਇੱਕ ਬੰਦਾ ਜਿਹੜਾ 2007 ਦੇ ਵਿੱਚ ਕੈਨੇਡਾ ਚਲਾ ਗਿਆ ਸੀ, ਉਸ ਵਿਅਕਤੀ ਦੇ ਤਾਰ ਜਿਹੜੇ ਨੇ ਇਹ ਸਾਰੇ ਸਬੰਧ ਦੇ ਵਿੱਚ ਜਿਹੜੇ ਉਹ ਜੁੜਦੇ ਨਜ਼ਰ ਆ ਰਹੇ ਨੇ। ਇੱਕ ਚੜਤ ਸਿੰਘ ਨਾਂ ਦਾ ਮੁੱਖ ਵਿਅਕਤੀ ਜਿਹੜਾ ਅਜੇ ਜਿਹੜਾ ਪੁਲਿਸ ਦੇ ਕਬਜ਼ੇ 'ਚ ਨਹੀਂ ਆਇਆ, ਜਿਸ ਨੇ ਸਾਰੇ ਇਸ ਘਟਨਾ ਨੂੰ ਅਮਲੀ ਰੂਪ 'ਚ ਅੰਜਾਮ ਦਿੱਤਾ, ਉਹਦੇ ਵਾਸਤੇ ਪੁਲਿਸ ਜਿਹੜੀ ਆ ਉਹ ਤਲਾਸ਼ ਕਰ ਰਹੀ ਕਿ ਨਿਸ਼ਾਨ ਸਿੰਘ ਜਿਹੜਾ 9 ਦਿਨ ਦਾ ਜਿਹੜਾ ਰਿਮਾਂਡ ਲਿਆ ਗਿਆ, ਉਸਨੇ ਬੜੇ ਮਹੱਤਵਪੂਰਨ ਖੁਲਾਸੇ ਕੀਤੇ ਨੇ, ਜਿਹਦੇ ਵਿੱਚ ਉਸਨੇ ਇਸ ਸਥਿਤੀ ਨੂੰ ਬਿਆਨ ਕੀਤਾ ਕਿ ਇਹਦੀ ਸਾਜ਼ਿਸ਼ ਜਿਹੜੀ ਆ ਪਾਕਿਸਤਾਨ ਵਿੱਚ ਬੈਠੇ ਹਰਿੰਦਰ ਸਿੰਘ ਰਿੰਦਾ ਔਰ ISI ਦੇ ਕੁਝ ਅਫਸਰਾਂ ਨੇ ਇਹ ਮਿਲ ਕੇ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਸਹਾਇਤਾ ਦੇ ਨਾਲ ਇਹ ਸਾਰਾ ਅੰਜਾਮ ਦਿੱਤਾ। ਇਹਦੀਆਂ ਕੁਝ ਤਾਰਾਂ ਯੂਪੀ ਦੇ ਵਿੱਚ ਵੀ ਜੁੜੀਆਂ ਨੇ, ਕੁਝ JNK ਦੇ ਵਿੱਚ ਵੀ ਜੁੜੀਆਂ ਨੇ ਔਰ ਇਹ ਜਿਹੜਾ ਮਾਫ ਕਰਨਾ ਜਿਹੜਾ ਰਾਕਟ ਜਿਹੜਾ ਮਾਰਿਆ ਗਿਆ ਇਹ ਰਸ਼ੀਆ ਦਾ ਬਣਿਆ ਹੋਇਆ ਸੀ, ਜਿਹੜਾ ਅਫਗਾਨਿਸਤਾਨ ਦੇ ਰਾਹੀਂ ਪੰਜਾਬ ਦੇ ਵਿੱਚ ਪਹੁੰਚਿਆ ਔਰ ਸਾਰੇ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਉਹ ਤਰਨਤਾਰਨ ਜ਼ਿਲ੍ਹੇ ਦੇ ਨਾਲ ਸੰਬੰਧਿਤ। ਜੀ ਸਰ।
ਅਕਸਰ ਸਾਹਿਬ ਇੱਕ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਪੰਜਾਬੀ ਗਾਇਕ ਦੇ ਕਰੀਬੀ ਇੱਕ ਅੱਧਾ ਬੰਦਾ ਵੀ ਗ੍ਰਿਫਤਾਰ ਕੀਤਾ ਗਿਆ। ਜੀ, ਇਹ ਕਰਨ ਔਜਲਾ ਜਿਹੜਾ ਪੰਜਾਬੀ ਗਾਇਕ ਉਸਦਾ ਦੋਸਤ ਜਿਹੜਾ ਆ ਉਹਨੂੰ ਪੁੱਛਗਿੱਛ ਤੇ ਕੁਝ ਨਾਮ ਜਦੋਂ ਇੰਟਰੋਗੇਸ਼ਨ ਹੋਈ ਹੈ, ਕੁਝ ਵਿਅਕਤੀਆਂ ਨੇ ਉਸ ਦਾ ਨਾਮ ਜਿਹੜਾ ਉਹ ਲਿਆ, ਉਸ ਗਾਇਕ ਦੇ ਦੋਸਤ ਦਾ ਨਾਮ ਜਿਹੜਾ ਪੁਲਿਸ ਦੇ ਹਿਰਾਸਤ ਵਿੱਚ ਹੈ। ਸਮਝਿਆ ਜਾ ਰਿਹਾ ਕਿ ਉਹਦੇ ਮਹੱਤਵਪੂਰਨ ਖੁਲਾਸੇ ਜੋ ਉਹਨੇ ਕੀਤੇ ਨੇ ਅੱਜ ਸ਼ਾਇਦ ਡੀਜੀਪੀ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਉਹ ਜਨਤਕ ਕਰਨਗੇ। ਇਹ ਅਜੇ ਵਿਚਾਰਾਧੀਨ ਜਿਹੜਾ ਮੁੱਦਾ ਜਿਹੜਾ ਉਹ ਲੱਗਦਾ ਜੀ। ਬਿਲਕੁਲ ਜੀ। ਅੰਕਿਤ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਦੇ ਉੱਪਰ ਸਾਡੀ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।